ਡੀਅਰ ਸਟੂਡੈਂਟਸ, ਅੱਜ ਆਪਾਂ ਇੰਗਲਿਸ਼ ਲਿਟਰੇਚਰ ਬੁੱਕ ਦਾ ਲੈਸਨ ਨੰਬਰ 1 ਪੜ੍ਹਨਾ ਸ਼ੁਰੂ ਕਰਾਂਗੇ। ਦੀ ਮੈਜਿਕ ਵਾਇਲਨ। ਵਾਇਲਨ ਤੁਹਾਨੂੰ ਪਤਾ ਹੀ ਹੈ, ਇੱਕ ਮਿਊਜ਼ੀਕਲ ਇੰਸਟਰੂਮੈਂਟ ਹੁੰਦਾ। ਐਨ ਔਰਫਨ ਲਿਵਡ ਇਨ ਸਿਸਲੀ, ਇਟਲੀ। ਇੱਕ ਔਰਫਨ ਸੀ। ਔਰਫਨ ਮੀਨਸ ਅਨਾਥ, ਜਿਹਦੇ ਮਾਤਾ ਪਿਤਾ ਨਹੀਂ ਹੁੰਦੇ, ਠੀਕ ਆ। ਉਹ ਇਟਲੀ ਦੇ ਸਿਸਲੀ ਸ਼ਹਿਰ ਵਿੱਚ ਰਹਿੰਦਾ ਸੀ। ਹੀ ਵੈਂਟ ਅਰਾਊਂਡ ਲੁਕਿੰਗ ਫਾਰ ਵਰਕ। ਉਹ ਕੰਮ ਦੀ ਭਾਲ ਦੇ ਵਿੱਚ ਇੱਧਰ ਉੱਧਰ ਜਾਂਦਾ ਸੀ। ਹੀ ਮੈਟ ਏ ਫਾਰਮਰ ਹੂ ਗੇਵ ਹਿਮ ਦਾ ਜੋਬ ਆਫ ਟੇਕਿੰਗ ਹਿਸ ਗੋਟਸ ਟੂ ਗ੍ਰੇਜ਼ ਔਨ ਦਾ ਹਿਲਸ। ਉਸਨੂੰ ਇੱਕ ਕਿਸਾਨ ਮਿਲਿਆ ਜਿਸ ਨੇ ਉਸਨੂੰ ਕੰਮ ਦਿੱਤਾ ਕਿ ਪਹਾੜੀਆਂ 'ਤੇ ਉਸਦੀਆਂ ਬੱਕਰੀਆਂ ਨੂੰ ਚਰਾਉਣ ਦਾ ਕੰਮ ਦਿੱਤਾ। ਡਿਡ ਦਾ ਬॉय ਗੈਟ ਪੇਡ ਫਾਰ ਦਾ ਵਰਕ ਹੀ ਡਿਡ। ਕੀ ਲੜਕੇ ਨੂੰ ਜੋ ਉਸਨੇ ਕੰਮ ਕੀਤਾ ਉਸਦੀ ਤਨਖਾਹ ਮਿਲੀ, ਉਸਦੇ ਪੈਸੇ ਮਿਲੇ। ਵਟ ਹੈਪਨਡ ਵੈਨ ਹੀ ਵਾਂਟਿਡ ਟੂ ਲੀਵ ਦਾ ਜੋਬ। ਕੀ ਵਾਪਰਿਆ, ਕੀ ਹੋਇਆ ਜਦੋਂ ਉਹ ਆਪਣਾ ਕੰਮ ਛੱਡਣਾ ਚਾਹੁੰਦਾ ਸੀ। ਹੈਪਨਡ ਮੀਨਸ ਵਾਪਰਿਆ, ਹੋਇਆ। ਇਨ ਸਿਸਲੀ ਦੇਅਰ ਲਿਵਡ ਏ ਬॉय ਹੂ ਵਾਜ਼ ਆਲਵੇਜ਼ ਹੈਪੀ ਆਲਦੋ ਹੀ ਵਾਜ਼ ਪੂਅਰ। ਸਿਸਲੀ ਦੇ ਵਿੱਚ ਇੱਕ ਵਾਰ ਇੱਕ ਲੜਕਾ ਰਹਿੰਦਾ ਸੀ ਜੋ ਕਿ ਹਮੇਸ਼ਾ ਖੁਸ਼ ਰਹਿੰਦਾ ਸੀ, ਚਾਹੇ ਉਹ ਬਹੁਤ ਗਰੀਬ ਸੀ। ਹਿਸ ਪੇਰੈਂਟਸ ਡਾਈਡ ਵੈਨ ਹੀ ਵਾਜ਼ ਯੰਗ। ਜਦੋਂ ਉਹ ਛੋਟਾ ਸੀ ਤਾਂ ਉਸਦੇ ਮਾਤਾ ਪਿਤਾ ਮਰ ਗਏ ਸਨ। ਸੋ ਹੀ ਸੈਟ ਆਊਟ ਬਾਏ ਹਿਮਸੈਲਫ ਟੂ ਸੀਕ ਹਿਸ ਫੋਰਚੂਨ। ਇਸ ਕਰਕੇ ਉਹ ਆਪਣੇ ਆਪ ਆਪਣੀ ਕਿਸਮਤ ਨੂੰ ਪਾਉਣ ਦੇ ਲਈ ਨਿਕਲਿਆ, ਯਾਨੀ ਘਰੋਂ ਨਿਕਲਿਆ। ਫੋਰਚੂਨ ਮੀਨਸ ਕਿਸਮਤ, ਸੀਕ ਮੀਨਸ ਲੱਭਣਾ। He laughed merrily at everything, and all through his troubles he was cheerful and happy. ਹਰ ਇੱਕ ਚੀਜ਼ 'ਤੇ ਉਹ ਬੜਾ ਹੱਸਦਾ, ਬੜੀ ਖੁਸ਼ੀ ਨਾਲ ਹੱਸਦਾ, ਠੀਕ ਆ। ਮੈਰੀਲੀ ਮਤਲਬ ਖੁਸ਼ੀ ਨਾਲ ਹੱਸਦਾ। ਅਤੇ ਜਿੰਨੇ ਵੀ ਉਹਨੂੰ ਟਰਬਲਸ ਆਉਂਦੇ, ਜਿੰਨੀਆਂ ਵੀ ਉਹਨੂੰ ਵਿਪਤਾ ਆਉਂਦੀ, ਤਾਂ ਉਹ ਹਮੇਸ਼ਾ ਖੁਸ਼ ਰਹਿੰਦਾ ਸੀ, ਚੀਅਰਫੁਲ ਰਹਿੰਦਾ ਸੀ। ਹੀ ਵੈਂਟ ਅਬਾਊਟ ਦਾ ਕੰਟਰੀ ਲੁਕਿੰਗ ਫਾਰ ਵਰਕ। ਅਤੇ ਉਹ ਆਪਣੇ ਇਲਾਕੇ ਦੇ ਵਿੱਚ ਆਲੇ ਦੁਆਲੇ ਕੰਮ ਦੀ ਭਾਲ ਦੇ ਵਿੱਚ ਇੱਧਰ ਉੱਧਰ ਗਿਆ। ਐਂਡ ਐਟ ਲਾਸਟ ਵਨ ਡੇ ਹੀ ਕੇਮ ਟੂ ਏ ਫਾਰਮ ਹਾਊਸ। ਅਤੇ ਆਖਿਰ ਵਿੱਚ ਉਹ ਇੱਕ ਫਾਰਮ ਹਾਊਸ 'ਤੇ ਪਹੁੰਚ ਗਿਆ। ਕੰਟਰੀ ਦਾ ਮਤਲਬ ਇਕੱਲਾ ਦੇਸ਼ ਹੀ ਨਹੀਂ ਹੁੰਦਾ, ਕੰਟਰੀ ਦਾ ਮਤਲਬ ਇਲਾਕਾ ਵੀ ਹੁੰਦਾ। ਜੋ ਸ਼ਹਿਰ ਦੇ ਬਾਹਰਲਾ ਇਲਾਕਾ ਹੁੰਦਾ ਉਹਨੂੰ ਵੀ ਕੰਟਰੀ ਸਾਈਡ ਕਹਿੰਦੇ ਨੇ। ਹੀ ਨੌਕਡ ਐਟ ਦਾ ਡੋਰ ਐਂਡ ਦਾ ਫਾਰਮਰ ਕੇਮ ਆਊਟ। ਉਸਨੇ ਦਰਵਾਜ਼ੇ ਨੂੰ ਨੌਕ ਕੀਤਾ, ਖੜਕਾਇਆ, ਅਤੇ ਕਿਸਾਨ ਬਾਹਰ ਆ ਗਿਆ। ਵਟ ਡੂ ਯੂ ਵਾਂਟ। ਤੈਨੂੰ ਕੀ ਚਾਹੀਦਾ ਹੈ। ਦੀ ਫਾਰਮਰ ਆਸਕਡ ਐਂਗਰੀਲੀ। ਕਿਸਾਨ ਨੇ ਗੁੱਸੇ ਨਾਲ ਪੁੱਛਿਆ। ਐਂਗਰੀਲੀ ਗੁੱਸੇ ਨਾਲ। ਹੀ ਵਾਜ਼ ਏ ਮੀਨ ਪਰਸਨ। ਉਹ ਇੱਕ ਮੀਨ ਪਰਸਨ ਸੀ। ਮੀਨ ਪਰਸਨ ਮਤਲਬ ਜੋ ਚੰਗਾ ਨਾ ਹੋਵੇ, ਜੋ ਸਿਰਫ ਆਪਣੇ ਬਾਰੇ ਹੀ ਸੋਚੇ। ਐਂਡ ਏ ਮਾਈਜ਼ਰ। ਅਤੇ ਮਾਈਜ਼ਰ ਵੀ ਸੀ। ਮਾਈਜ਼ਰ ਮਤਲਬ ਕੰਜੂਸ। ਐਂਡ ਥੋਟ ਦੈਟ ਦੀ ਬॉय ਮਸਟ ਬੀ ਏ ਬੈਗਰ। ਅਤੇ ਉਸਨੇ ਸੋਚਿਆ ਕਿ ਲੜਕਾ ਜ਼ਰੂਰ ਮੰਗਤਾ ਹੋਵੇਗਾ। ਆਈ ਵਾਂਟ ਵਰਕ ਸੈਡ ਦਾ ਬॉय ਸਮਾਈਲਿੰਗ। ਐਨੀ ਕਾਈਂਡ ਆਫ ਵਰਕ। ਮੁੰਡੇ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਮੈਨੂੰ ਕੰਮ ਚਾਹੀਦਾ ਹੈ, ਕਿਸੇ ਵੀ ਤਰ੍ਹਾਂ ਦਾ ਕੰਮ। ਆਈ ਸੀ ਸੈਡ ਦਾ ਮਾਈਜ਼ਰ ਲੈਸ ਐਂਗਰੀਲੀ। ਹੁਣ ਮਾਈਜ਼ਰ ਦਾ ਗੁੱਸਾ ਘਟ ਗਿਆ ਅਤੇ ਉਸਨੇ ਕਿਹਾ ਚਲੋ ਮੈਂ ਦੇਖਦਾ। ਐਂਡ ਹੀ ਸੌ ਏ ਵੇ ਆਫ ਗੈਟਿੰਗ ਸਮਥਿੰਗ ਫॉर ਨਥਿੰਗ। ਅਤੇ ਉਸਨੂੰ ਇੱਕ ਤਰੀਕਾ ਲੱਭ ਗਿਆ ਕਿ ਬਿਨਾਂ ਕਿਸੇ ਚੀਜ਼ ਤੋਂ, ਯਾਨੀ ਬਿਨਾਂ ਪੈਸੇ ਤੋਂ ਕੁਛ ਕਰਾਉਣ ਦਾ ਤਰੀਕਾ ਲੱਭ ਗਿਆ। ਮਤਲਬ ਉਹਦੇ ਮਨ ਦੇ ਵਿੱਚ ਠੱਗੀ ਦੀ ਭਾਵਨਾ ਆ ਗਈ। ਵੈਲ ਯੂ ਕੈਨ ਕਮ ਐਂਡ ਲੁੱਕ ਆਫਟਰ ਮਾਈ ਗੋਟਸ। ਚਲੋ ਤੂੰ ਆ ਸਕਦਾ ਹੈ ਅਤੇ ਮੇਰੀ ਗੋਟਸ ਬੱਕਰੀਆਂ ਦੀ ਦੇਖਭਾਲ ਕਰ ਸਕਦਾ ਹੈ। ਸੋ ਦਾ ਬॉय ਵੈਂਟ ਟੂ ਲਿਵ ਇਨ ਦਾ ਫਾਰਮ ਹਾਊਸ ਐਂਡ ਐਵਰੀ ਡੇ ਹੀ ਟੁੱਕ ਦਾ ਗੋਟਸ ਟੂ ਦਾ ਹਿਲਸ ਟੂ ਗ੍ਰੇਜ਼। ਅਤੇ ਉਹ ਫਿਰ ਜਿਹੜਾ ਲੜਕਾ ਸੀ ਉਸਦੇ ਫਾਰਮ ਹਾਊਸ ਦੇ ਵਿੱਚ ਹੀ ਰਹਿਣ ਲੱਗ ਗਿਆ ਅਤੇ ਹਰ ਰੋਜ਼ ਉਹਦੀਆਂ ਗੋਟਸ ਨੂੰ
ਚਰਾਉਣ ਵਾਸਤੇ, ਗ੍ਰੇਸ ਮਤਲਬ ਚਰਾਉਣ ਵਾਸਤੇ ਪਹਾੜੀ ਤੇ ਲੈ ਜਾਂਦਾ। ਐਟ ਦੀ ਐਂਡ ਆਫ 3 years the boy wanted a change of work because he felt lonely in the hills। 3 ਸਾਲ ਬਾਅਦ ਜਿਹੜਾ ਲੜਕਾ ਸੀ ਉਹ ਕੰਮ ਚੇਂਜ ਕਰਨਾ ਚਾਹੁੰਦਾ ਸੀ, ਬਦਲਣਾ ਚਾਹੁੰਦਾ ਸੀ, ਕਿਉਂਕਿ ਉਹਨੂੰ ਪਹਾੜੀਆਂ ਤੇ ਬੜਾ ਇਕੱਲਾ ਮਹਿਸੂਸ ਕਰਦਾ ਸੀ। ਲੋਨਲੀ ਮਤਲਬ ਇਕੱਲਾ, ਫੈਲਟ ਮਹਿਸੂਸ ਕੀਤਾ। ਵੈਨ ਹੀ ਕੇਮ ਹੋਮ ਐਟ ਨਾਈਟ ਹੀ ਨੈਵਰ ਸਾ ਐਨੀਵਨ ਟੂ ਟਾਕ ਟੂ ਬਟ ਦੀ ਓਲਡ ਫਾਰਮਰ। ਜਦੋਂ ਵੀ ਰਾਤ ਨੂੰ ਘਰ ਵਾਪਸ ਆਉਂਦਾ, ਬਸ ਇਕੱਲਾ ਜਿਹੜਾ ਬੁੱਢਾ ਕਿਸਾਨ ਸੀ ਉਹੀ ਉਹਨੂੰ ਦਿਖਦਾ ਸੀ, ਗੱਲ ਕਰਨ ਨੂੰ ਹੋਰ ਕੋਈ ਨਹੀਂ ਸੀ ਮਿਲਦਾ। ਵਨ ਈਵਨਿੰਗ ਹੀ ਟੋਲਡ ਹਿਜ਼ ਮਾਸਟਰ ਦੈਟ ਹੀ ਵਾਂਟਡ ਟੂ ਲੀਵ ਹਿਮ। ਇੱਕ ਸ਼ਾਮ ਉਸਨੇ ਆਪਣੇ ਮਾਸਟਰ ਮਿਸ ਮਾਲਕ ਨੂੰ ਕਿਹਾ ਕਿ ਉਹ ਉਸਨੂੰ ਛੱਡਣਾ ਚਾਹੁੰਦਾ ਹੈ। ਲੀਵ ਮਤਲਬ ਛੱਡ ਦੇਣਾ। ਹੀ ਆਸਕਡ ਫॉर ਹਿਜ਼ ਵੇਜਸ that he had earned during the 3 years on the farm। ਉਸਨੇ ਆਪਣਾ ਜੋ ਵੇਜਸ ਮੀਨਸ ਤਨਖਾਹ, ਮਿਹਨਤਾਨਾ, ਉਸਨੇ ਆਪਣੀ ਤਨਖਾਹ ਮੰਗੀ ਕਿ ਜਿਹੜੀ ਉਸਨੇ 3 ਸਾਲ ਦੇ ਵਿੱਚ ਉਸਦੇ ਫਾਰਮ ਤੇ ਰਹਿ ਕੇ ਕਮਾਈ ਹੈ। earned ਮਤਲਬ ਕਮਾਈ। wages cried the farmer angrily। ਕਿਸਾਨ ਨੇ ਗੁੱਸੇ ਨਾਲ ਬੋਲਿਆ, ਤਨਖਾਹ, wages, I never said anything about wages when I gave you work। ਜਦੋਂ ਮੈਂ ਤੈਨੂੰ ਕੰਮ ਦਿੱਤਾ ਸੀ ਤਾਂ ਮੈਂ ਤੈਨੂੰ ਤਨਖਾਹ ਬਾਰੇ ਕੁਝ ਨਹੀਂ ਕਿਹਾ। that is so answered the boy। ਇਸ ਤਰ੍ਹਾਂ ਲੜਕੇ ਨੇ ਕਿਹਾ ਵੀ ਇਸ ਤਰ੍ਹਾਂ। but no one ever works for nothing। ਪਰ ਕੋਈ ਵੀ ਜਾਣਾ ਬਿਨਾਂ ਕਿਸੇ ਚੀਜ਼ ਤੋਂ ਕੰਮ ਨਹੀਂ ਕਰਦਾ, ਕੁਛ ਨਾ ਕੁਛ ਬਦਲੇ ਚਾਹੀਦਾ। I do not settle the wages then because I thought you were a just man। ਮੈਂ ਉਦੋਂ ਤਨਖਾਹ ਦੀ ਗੱਲ ਚੰਗੀ ਤਰ੍ਹਾਂ ਨਹੀਂ ਕੀਤੀ, ਸੈਟਲ ਨਹੀਂ ਕੀਤੀ, ਕਿਉਂਕਿ ਮੈਂ ਸੋਚਿਆ ਕਿ ਤੂੰ ਇੱਕ ਜਸਟ ਮੈਨ ਹੈ। ਜਸਟ ਮਤਲਬ ਹੁੰਦਾ ਇਨਸਾਫ ਪਸੰਦ, ਜਿਹੜਾ ਠੀਕ ਨੂੰ ਠੀਕ ਕਹੇ, ਗਲਤ ਨੂੰ ਗਲਤ ਕਹੇ। ਜਸਟ ਇਨਸਾਫ ਪਸੰਦ, ਵੀ ਤੂੰ ਇਨਸਾਫ ਪਸੰਦ ਲੜਕਾ ਹੈ। ਐਂਡ ਆਈ ਐਮ ਏ ਜਸਟ ਮੈਨ ਰੋਡ ਦਾ ਫਾਰਮਰ। ਤੇ ਕਿਸਾਨ ਨੇ ਉੱਚੀ ਜਣੇ ਕਿਹਾ, ਦਹਾੜ ਕੇ ਕਿਹਾ ਕਿ ਹਾਂ ਮੈਂ ਜਸਟ ਮੈਨ ਹਾਂ, ਮੈਂ ਇਨਸਾਫ ਪਸੰਦ ਬੰਦਾ ਹਾਂ। ਨੋ ਵਨ ਹੈਜ਼ ਐਵਰ ਟੋਲਡ ਮੀ ਦੈਟ ਆਈ ਵਾਜ਼ ਨੋਟ ਦੈਟ ਬਿਫੋਰ। ਕਿਸੇ ਨੇ ਮੈਨੂੰ ਇਹ ਪਹਿਲਾਂ ਕਦੇ ਨਹੀਂ ਕਿਹਾ ਕਿ ਮੈਂ ਜਸਟ ਨਹੀਂ ਹਾਂ। ਯੂ ਸ਼ੈਲ ਸੀ, ਤੂੰ ਦੇਖ। ਆਈ ਵਿਲ ਪੇ ਯੂਰ ਵੇਜਸ ਈਵਨ ਦੋ ਆਈ ਡੂ ਨਾਟ ਓ ਯੂ ਐਨੀ। ਮੈਂ ਤੈਨੂੰ ਤਨਖਾਹ ਦਊਂਗਾ ਚਾਹੇ ਮੈਂ ਤੈਨੂੰ ਕੁਛ ਵੀ ਤੇਰਾ ਬਣਦਾ ਨਹੀਂ ਹੈ ਮੈਨੂੰ ਦੇਣਾ। ਡੂ ਨਾਟ ਓ ਯੂ, ਮੇਰਾ ਤੈਨੂੰ ਕੁਛ ਵੀ ਦੇਣਾ ਬਣਦਾ ਨਹੀਂ ਹੈ। ਉਹ ਮਤਲਬ ਜੇ ਉਹ ਕਿਸੇ ਨੇ ਕਿਸੇ ਦਾ ਦੇਣਾ ਹੋਵੇ ਉਹਨੂੰ ਕਹਿੰਦੇ ਨੇ OWE। Then he gave the boy 3 copper coins for 3 years work। ਤਾਂ ਉਸਨੇ 3 ਸਾਲ ਦੇ ਕੰਮ ਲਈ ਉਸਨੂੰ 3 ਕਾਪਰ ਦੇ ਸਿੱਕੇ ਦੇ ਦਿੱਤੇ। ਕਾਪਰ ਮਤਲਬ ਮੈਟਲ ਹੁੰਦੀ ਹੈ, ਕਾਪਰ ਤੁਸੀਂ ਦੇਖਿਆ ਹੋਣੀਆਂ। ਦ ਬॉय ਲੁਕਡ ਐਟ them and laughed। ਲੜਕੇ ਨੇ ਉਹਨਾਂ ਤੇ ਦੇਖਿਆ ਤੇ ਹੱਸਿਆ। ਹੀ ਪੁੱਟ ਦ coins in his pocket, took his shabby hat and went off whistling। ਤੇ ਲੜਕੇ ਨੇ ਉਹ ਆਪਣੇ ਜਿਹੜੇ coins ਸੀ ਪੋਕਟ 'ਚ ਪਾਏ, ਆਪਣੀ ਜੋ ਸ਼ੈਬੀ ਮਤਲਬ ਪਾਟੀ ਪੁਰਾਣੀ ਹੈਟ ਸੀ, ਟੋਪੀ ਸੀ, ਉਹ ਚੁੱਕੀ ਤੇ ਸੀਟੀਆਂ ਮਾਰਦਾ ਚਲਾ ਗਿਆ। ਕਿਉਂਕਿ ਆਪਾਂ ਪਹਿਲਾਂ ਹੀ ਪੜ੍ਹਿਆ ਕਿ ਲੜਕਾ ਬੜਾ ਖੁਸ਼ ਮਿਜ਼ਾਜ ਸੀਗਾ। That night he slept under a haystack। ਉਸ ਰਾਤ ਉਹ ਇੱਕ ਪਰਾਲੀ ਦੇ ਢੇਰ ਹੇਠ ਸੁੱਤਾ। And in the morning when he woke up he saw an old beggar in front of him। ਤੇ ਸਵੇਰੇ ਜਦੋਂ ਉੱਠਿਆ ਤਾਂ ਉਸਨੇ ਦੇਖਿਆ ਉਹਦੇ ਸਾਹਮਣੇ ਇੱਕ ਬੁੱਢਾ ਭਿਖਾਰੀ ਖੜਾ ਹੈ। The boy smiled and said। ਲੜਕਾ ਹੱਸਿਆ ਤੇ ਬੋਲਿਆ, Good morning my friend, you are out of bed early। ਗੁੱਡ ਮਾਰਨਿੰਗ ਮੇਰੇ ਦੋਸਤ, ਤੂੰ ਜਲਦੀ ਉੱਠ ਗਿਆ ਹੈ। ਆਊਟ ਆਫ ਬੈਡ ਮਤਲਬ ਉੱਠ ਜਾਣਾ। ਆਊਟ ਆਫ ਬੈਡ ਮੀਨਸ ਉੱਠ ਜਾਣਾ, ਤੂੰ ਜਲਦੀ ਉੱਠ ਗਿਆ ਹੈ। ਆਈ ਐਮ ਰਿਪਲਾਈਡ ਦ ਬੈਗਰ। ਹਾਂ। ਆਈ ਵਾਜ਼ ਸੋ ਹੰਗਰੀ ਦੈਟ ਆਈ ਕੁਡ ਨਾਟ ਹੈਵ ਸਲੈਪਟ ਈਵਨ ਇਫ ਆਈ ਹੈਡ ਬੈਡ ਆਫ ਫੈਦਰਸ ਟੂ ਲਾਈ ਔਨ। ਮੈਂ ਇੰਨਾ ਭੁੱਖਾ ਸੀ ਕਿ ਚਾਹੇ ਮੇਰੇ ਕੋਲ ਫੈਦਰਸ ਹੁੰਦੇ ਨੇ ਖੰਭਾਂ ਦਾ ਬਿਸਤਰਾ ਹੋਵੇ ਪੈਣ ਦੇ ਲਈ ਤਾਂ ਵੀ, ਮਤਲਬ ਖੰਭਾਂ ਦਾ ਬਿਸਤਰੇ ਦਾ ਮਤਲਬ ਵੀ ਇੰਨਾ ਕੋਮਲ
ਬਿਸਤਰਾ ਹੋਵੇ ਪੈਣ ਦੇ ਲਈ, ਤਾਂ ਵੀ ਮੈਨੂੰ ਨੀਂਦ ਨਹੀਂ ਆਉਣੀ ਸੀ ਕਿਉਂਕਿ ਮੈਂ ਨਾ ਭੁੱਖਾ ਸੀ। ਕੈਨ ਯੂ ਸਪੇਅਰ ਮੀ ਏ ਕਾਪਰ ਕੋਇਨ ਔਰ ਟੂ, ਆਈ ਐਮ ਸੋ ਹੰਗਰੀ, ਕੀ ਤੈਨੂੰ ਮੈਨੂੰ ਕੋਈ ਕਾਪਰ ਕੋਇਨ ਦੇ ਸਕਦਾ ਹੈ, ਇੱਕ ਜਾਂ ਦੋ, ਮੈਂ ਬਹੁਤ ਭੁੱਖਾ ਹਾਂ। ਇੰਨਾ ਤੁਸੀਂ ਆਪ ਵੀ ਪੜ੍ਹੋ, ਠੀਕ ਹੈ, ਦੁਬਾਰਾ, ਅਤੇ ਅੱਗੇ ਕੱਲ੍ਹ ਨੂੰ ਫਿਰ ਕੰਟੀਨਿਊ ਕਰਾਂਗੇ।